ज्ञान अंजन गुर दिया, ज्ञान अंधेर बिन हर कृपा ते संत भेटिया। नानक मन पर याही कुल ते प्रगट होए, ताही कुल को न पुन द्वादश गुरिंड को है परिणाम। परम सत्कारयोग हाजरीन साध संगत जी, इस पावन पवित्र सचखंड दरबार की हाजरी भरते हुए अपनियां हाजरियां ਅਤੇ ਦਾਸ ਦੀ ਹਾਜ਼ਰੀ ਲਵਾਉਣ ਦੇ ਵਾਸਤੇ ਸਭ ਮਾਈ ਭਾਈ ਪ੍ਰੇਮ ਸਤਿਕਾਰ ਨਾਲ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਜਿਸ ਦੇ ਕਾਰਨ ਆਪਾਂ ਇੱਥੇ ਇਕੱਤਰ ਹੋਏ ਹਾਂ, ਇਕੱਠੇ ਹੋਏ ਹਾਂ, ਜਿਸ ਪ੍ਰਯੋਗ ਦੇ ਵਿੱਚ ਆਪ ਸਾਧ ਸੰਗਤ ਦੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ, ਸਾਰੇ ਮਾਈ ਭਾਈ ਪ੍ਰੇਮ ਸਤਿਕਾਰ ਨਾਲ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ, ਜਿਨ੍ਹਾਂ ਦੀ ਕਿਰਪਾ ਦੇ ਨਾਲ ਆਪਾਂ ਦੇਸਾਂ ਤੋਂ ਵਿਦੇਸਾਂ ਤੋਂ ਦੂਰ ਤੋਂ ਨੇੜੇ ਤੋਂ ਇਸ ਪਾਵਨ ਪਵਿੱਤਰ ਧਰਤੀ ਦੀ ਯਾਤਰਾ, ਇਸ ਪਾਵਨ ਪਵਿੱਤਰ ਸੱਚਖੰਡ ਸਥਾਨ ਦੇ ਦਰਸ਼ਨ, ਇਸ ਪਾਵਨ ਪਵਿੱਤਰ ਤਪੱਸਿਆ ਕਥਾ ਕੀਰਤਨ ਦਾ ਪ੍ਰਵਾਹ, ਇਸ ਪਾਵਨ ਪਵਿੱਤਰ ਆਪਾਂ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਾਂ। ਸਾਰੇ ਪ੍ਰੇਮ ਸਤਿਕਾਰ ਨਾਲ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਜੀ। ਸਤ ਸੰਗੀਓ, ਆਪ ਜੀ 17 ਸਤੰਬਰ ਤੋਂ ਲੈ ਕੇ ਇਸ ਪਾਵਨ ਪਵਿੱਤਰ ਧਰਤੀ ਦੀ ਯਾਤਰਾ ਕਰਦੇ ਕਰਦੇ, ਸਤਿਗੁਰੂ ਜੀ ਦਾ ਦਰਸ਼ਨ ਦੀਦਾਰ ਕਰਦੇ ਕਰਦੇ ਅੱਜ ਆਪਾਂ ਬਹੁਤ ਨੇੜੇ ਦੇ ਸਫ਼ਰ ਤੇ ਪਹੁੰਚ ਗਏ ਹਾਂ। ਸਾਧ ਸੰਗਤ ਜੀ, ਦਾਸ ਆਪਣੇ ਪ੍ਰਕਰਨ ਨੂੰ ਸ਼ੁਰੂ ਕਰਨ ਲੱਗਾ ਨਾਮੀ ਤੇ ਨਾਮ ਤੋਂ। ਸਾਧ ਸੰਗਤ ਜੀ ਕਹਿੰਦੇ ਨੇ, ਇਹ ਜਿਹੜਾ ਕਿ ਆਪ ਹਾਜ਼ਰੀਆਂ ਭਰ ਰਹੇ ਹੋ, ਇਸ ਦੀ ਕਿਤਨੀ ਕੁ ਮਹਾਨਤਾ ਹੈ। ਕਹਿੰਦੇ ਨੇ, ਸਾਹਸ ਬਣਕ ਜਬ ਮਿਲੈ ਤਬੈ ਹੋਏ ਏਕ ਸੁਨਾਰਾ। ਸਾਹਸ ਸੁਨਾਰਾ ਮਿਲੈ ਤਬੈ ਹੋਏ ਏਕ ਠਗਾਰਾ। ਸਾਹਸ ਠਗਾਰਾ ਤਬੈ ਮਿਲੈ ਹੋਏ ਏਕ ਵਿਚਖਣ। ਸਹਿਸ ਵਿਚਖਣ ਮਿਲੈ ਤਬੈ ਹੋਏ ਏਕ ਬੀਰ ਘਨ। ਸਹਿਸ ਵਿਚਖਣ ਬੀਰ ਕਨ ਔਰ ਸ਼ਾਹ ਨਾਰ ਕੀ। ਏਤੀ ਬੁੱਧ ਤਬ ਮਿਲੈ ਤਬ ਹੋਏ ਭਗਤ ਕਰਤਾਰ ਕੀ। ਇਹ ਜਿਹੜਾ ਕਿ ਆਪ ਸਤਿਗੁਰੂ ਜੀ ਦੀ ਮਹਾਨ ਕਿਰਪਾ ਦੇ ਅਨੁਸਾਰ ਤਪੱਸੀ ਦੇ ਰੂਪ ਦੇ ਵਿੱਚ ਤਪ ਕਰ ਰਹੇ ਹੋ, ਸਿਮਰਨ ਕਰ ਰਹੇ ਹੋ। ਧਰਮ ਗ੍ਰੰਥ ਕਹਿੰਦੇ ਨੇ, ਸਹਿਸ ਬਣਕ ਜਬ ਮਿਲੈ ਤਬੈ ਹੋਏ। ਇਸ ਸੰਸਾਰ ਦੇ ਵਿੱਚ 1000 ਬਾਣੀਏ ਦੀ ਅਕਲ ਨੂੰ ਇਕੱਠਿਆਂ ਕਰ ਲਿਆ ਜਾਵੇ, ਇੱਕ ਸੁਨਿਆਰੇ ਜਿੰਨੀ ਅਕਲ ਬਣਦੀ ਹੈ। ਸਾਧ ਸੰਗਤ 'ਚ 1000 ਸੁਨਿਆਰੇ ਦੀ ਅਕਲ ਨੂੰ ਇਕੱਠਿਆਂ ਕਰ ਲਿਆ ਜਾਵੇ, ਇੱਕ ਠੱਗ ਜਿੰਨੀ ਅਕਲ ਬਣਦੀ ਹੈ। ਸਾਧ ਸੰਗਤ 'ਚ ਇੱਕ ਠੱਗ ਚੋਨੀ ਅਕਲ ਹੈ ਗੁਰੂ ਦੇ ਪਿਆਰਿਓ। 1000 ਠੱਗ, 1000 ਠੱਗ ਦੀ ਅਕਲ ਨੂੰ ਇਕੱਠਿਆਂ ਕਰ ਲਿਆ ਜਾਵੇ, ਇੱਕ ਵਿਦਵਾਨ ਜਿੰਨੀ ਅਕਲ ਬਣਦੀ ਹੈ। 1000 ਵਿਦਵਾਨ ਨੂੰ, 1000 ਵਿਦਵਾਨ ਦੀ ਅਕਲ ਨੂੰ ਇਕੱਠਿਆਂ ਕਰ ਲਿਆ ਜਾਵੇ
ਜਿਹੜਾ ਕਿ ਦੇਸ਼ ਤੋਂ ਕੌਮ ਤੋਂ ਆਪਣੀ ਜਿੰਦੜੀ ਵਾਰ ਦਿੰਦਾ, ਕੁਰਬਾਨੀ ਦੇ ਦਿੰਦਾ, ਉਹਦੇ ਇਕੱਲੇ 'ਚ ਇੰਨੀ ਅਕਲ ਹੈ ਸਾਧ ਸੰਗਤ 'ਚ। ਮਹਾਤਮਾ ਕਹਿੰਦੇ ਨੇ ਜਿਹਦੇ ਮਨੁੱਖ ਦੇ ਵਿੱਚ ਇੰਨੀ ਅਕਲ ਹੈ, ਕਹਿੰਦੇ ਨੇ 1000 ਬਾਣੀਏ ਦੀ ਅਕਲ ਨੂੰ, 1000 ਸੁਨਿਆਰੇ ਦੀ ਅਕਲ ਨੂੰ, 1000 ਠੱਗ ਦੀ ਅਕਲ ਨੂੰ, 1000 ਵਿਦਵਾਨ ਦੀ ਅਕਲ ਨੂੰ, 1000 ਜਿਹੜਾ ਕਿ ਸੂਰਮਾ ਹੈ, ਆਪਣੇ ਦੇਸ਼ ਤੋਂ ਕੌਮ ਤੋਂ ਆਪਣੀ ਜਾਨ ਵਾਰਨ ਵਾਲਾ, ਇੰਨੀਆਂ ਅਕਲਾਂ ਨੂੰ ਇਕੱਠਿਆਂ ਕਰ ਲਿਆ ਜਾਵੇ, ਜਿਹੜਾ ਇੱਕ ਉਸ ਅਕਾਲ ਪੁਰਖ ਦਾ ਨਾਮ ਸਿਮਰਨ ਕਰਦਾ ਹੈ, ਭਗਵਾਨ ਦਾ ਨਾਮ ਜਪਦਾ ਹੈ, ਉਹਦੇ ਇਕੱਲੇ ਵਿੱਚ ਇੰਨੀ ਅਕਲ ਹੈ ਸਾਧ ਸੰਗਤ 'ਚ। ਇਸ ਵਾਸਤੇ ਦਾਸ ਆਪ ਦੇ ਚਰਨਾਂ 'ਚ ਪ੍ਰਾਰਥਨਾ ਕਰਨ ਦਾ ਯਤਨ ਕਰੇਗਾ, ਜਿਹੜਾ ਕਿ ਆਪ ਇਹ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਅਥਵਾ ਸਿਮਰਨ ਕਰ ਰਹੇ ਹੋ, ਇਹਦੀ ਇੰਨੀ ਮਹਾਨਤਾ ਸਾਧ ਸੰਗਤ 'ਚ। ਨਾਮ ਆਪ ਸਮੇਂ ਦੇ ਅਨੁਸਾਰ ਸਾਧ ਸੰਗਤ ਦੇ ਸਤਿਕਾਰੇ, ਗੁਰੂ ਘਰ ਦੇ ਸਤਿਕਾਰੇ, ਵਿਦਵਾਨਾਂ ਦੇ ਪਾਸੋਂ ਸਰਵਣ ਕਰਦੇ ਆ ਰਹੇ ਹੋ। ਇਸ ਨਾਮ ਦੀ ਕਿਤਨੀ ਕੁ ਮਹਾਨਤਾ ਸਾਧ ਸੰਗਤ 'ਚ। ਕਹਿੰਦੇ ਨੇ ਜਤ ਬਿਨ ਜੋਗੀ ਅਫਲ ਅਫਲ ਭੋਗੇ ਬਿਨ ਮਾਇਆ। ਸਾਧੂ ਸੰਤ ਬਣ ਗਿਆ, ਘਰ-ਬਾਰ ਛੱਡ ਦਿੱਤਾ, ਲੰਗੋਟੇ ਦਾ ਕੱਚਾ ਹੈ ਸਾਧ ਸੰਗਤ 'ਚ, ਆਪਣੇ ਜਾਸਾ ਦਾ ਕੱਚਾ ਹੈ, ਕਿਸੇ ਵੀ ਕੰਮ ਨਹੀਂ ਸਾਧ ਸੰਗਤ 'ਚ, ਕਿਸੇ ਵੀ ਕੰਮ ਨਹੀਂ ਗੁਰੂ ਦੇ ਪਿਆਰਿਓ। ਜਤ ਬਿਨ ਜੋਗੀ ਅਫਲ ਅਫਲ ਭੋਗੇ ਬਿਨ ਮਾਇਆ। ਉਸ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਇਹ ਆਪਾਂ ਨੂੰ ਮਾਇਆ ਦਿੱਤੀ ਹੈ, ਇਸ ਮਾਇਆ ਦੇ ਕੋਲੋਂ ਸੁੱਖ ਨਹੀਂ ਲੈਂਦਾ ਪਿਆ ਉਹ, ਇਹ ਵੀ ਅਫਲ ਹੈ, ਕਿਸੇ ਕੰਮ ਨਹੀਂ ਸਾਧ ਸੰਗਤ 'ਚ। ਕਿਉਂਕਿ ਸੰਸਾਰ ਦੇ ਵਿੱਚ ਇੱਕ ਉਹ ਮਨੁੱਖ ਨੇ ਜਿਹੜੇ ਇਸ ਮਾਇਆ ਨੂੰ ਆਪਣੀ ਮਾਤਾ ਦੇ ਵਾਂਗਰ ਸਤਿਕਾਰ ਦੇ ਕੇ ਤੇ ਸੰਭਾਲ ਕੇ ਰੱਖਦੇ ਨੇ। ਇੱਕ ਉਹ ਮਨੁੱਖ ਨੇ ਜਿਹੜੇ ਇਸ ਮਾਇਆ ਨੂੰ ਆਪਣੀ ਇਸਤਰੀ ਦੇ ਵਾਂਗ ਹਰੇਕ ਪ੍ਰਕਾਰ ਦਾ ਸੁੱਖ ਲੈਂਦੇ ਨੇ ਸਾਧ ਸੰਗਤ 'ਚ। ਇਸ ਵਾਸਤੇ ਮਹਾਤਮਾ ਕਹਿੰਦੇ ਨੇ ਜੇ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਮਾਇਆ ਦਿੱਤੀ ਹੈ, ਇਹਦੇ ਕੋਲੋਂ ਸੁੱਖ ਨਹੀਂ ਲੈਂਦਾ, ਉਹ ਵੀ ਅਫਲ ਹੈ, ਕਿਸੇ ਕੰਮ ਨਹੀਂ ਸਾਧ ਸੰਗਤ 'ਚ। ਜਤ ਬਿਨ ਜੋਗੀ ਅਫਲ ਅਫਲ ਭੋਗੇ ਬਿਨ ਮਾਇਆ। ਜਲ ਬਿਨ ਸਰਵਰ ਅਫਲ ਅਫਲ ਤਰਵਰ ਬਿਨ ਛਾਇਆ। ਬੜਾ ਖੂਬਸੂਰਤ ਸਰੋਵਰ ਕੋਈ ਤਲਾਬ ਬਣਾਇਆ ਗਿਆ ਹੈ, ਸੰਗ ਮਰ ਮਰ ਲਾਏ ਗਏ ਨੇ, ਵਿੱਚ ਪਾਣੀ ਕੋਈ ਨਹੀਂ ਗਾ, ਕਿਸੇ ਵੀ ਕੰਮ ਨਹੀਂ ਸਾਧ ਸੰਗਤ 'ਚ। ਦਰਖਤ ਹੈ, ਬੜਾ ਵੱਡਾ ਆਕਾਰ ਦਾ ਦਰਖਤ ਹੈ, ਉਹ ਸੁੱਕਾ ਪਿਆ ਹੈ, ਕਿਸੇ ਪਸ਼ੂ ਨੂੰ, ਕਿਸੇ ਪੰਛੀ ਨੂੰ ਉਹਦਾ ਕੋਈ ਆਸਰਾ ਨਹੀਂ, ਕੋਈ ਛਾਂ ਨਹੀਂ, ਸੁੱਗ ਨਹੀਂ, ਕਿਸੇ ਵੀ ਕੰਮ ਨਹੀਂ ਸਾਧ ਸੰਗਤ 'ਚ। ਕਹਿੰਦੇ ਨੇ ਅਫਲ ਤਰਵਰ ਬਿਨ ਛਾਇਆ। ਇਸ ਸੰਸਾਰ ਦੇ ਵਿੱਚ ਉਹ ਜਿਹੜਾ ਕਿ ਦਰਖਤ ਹੈ, ਕਿਸੇ ਵੀ ਕੰਮ ਨਹੀਂ ਸਾਧ ਸੰਗਤ 'ਚ। ਇਸੇ ਤਰ੍ਹਾਂ ਮਹਾਤਮਾ ਕਹਿੰਦੇ ਨੇ ਜੇ ਉਸ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਅਫਲ ਦੀਪਕ ਬਿਨ ਮੰਦਰ। ਜੇ ਸ਼ਾਮ ਦੇ ਟਾਈਮ 'ਤੇ 3 ਸੰਧਿਆ ਗਿਣੀਆਂ ਗਈਆਂ ਨੇ ਸਾਧ ਸੰਗਤ 'ਚ, ਪਰ ਜਿਹੜੀ ਸ਼ਾਮ ਦੀ ਟਾਈਮ ਦੀ ਸੰਧਿਆ ਹੈ, ਜਿਸ ਘਰ ਦੇ ਵਿੱਚ ਦੀਵਾ ਜੋਤ ਨਹੀਂ ਜਗਦੀ, ਚਾਨਣ ਨਹੀਂ ਹੁੰਦਾ, ਉਹ ਵੀ ਅਫਲ ਹੈ, ਕਿਸੇ ਕੰਮ ਨਹੀਂ ਸਾਧ ਸੰਗਤ 'ਚ। ਜੇ ਬੜਾ ਹੁਸਨ ਹੈ, ਸੁੰਦਰਤਾ ਹੈ, ਜਵਾਨੀ ਹੈ, ਵਿੱਚ ਗੁਣ ਕੋਈ ਨਹੀਂ ਸਾਧ ਸੰਗਤ 'ਚ, ਕਿਸੇ ਵੀ ਕੰਮ ਨਹੀਂ ਸਾਧ ਸੰਗਤ 'ਚ। ਇਸ ਵਾਸਤੇ ਮਹਾਤਮਾ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਭਾਵੇਂ ਕਹਿੰਦੇ ਨੇ ਬੜਾ ਵੱਡਾ ਰਾਜਾ ਮਹਾਰਾਜਾ ਹੈ ਜਾਂ ਕੋਈ ਕੰਗਾਲ ਹੈ, ਜੇ ਉਹ ਨਾਮ ਨਹੀਂ ਸਿਮਰਨ ਕਰਦਾ, ਉਹ ਵੀ ਅਫਲ ਹੈ, ਕਿਸੇ ਕੰਮ ਨਹੀਂ ਸਾਧ ਸੰਗਤ 'ਚ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਪਿਆ, ਆਪ ਇਹ ਜਿਹੜਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, 111ਵਾਂ ਤੁਸੀਂ ਇਹ ਪ੍ਰਯੋਗ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਅਟੈਂਡ ਕਰਦੇ ਹੋਏ, ਇਸ ਨੂੰ ਮਨਾਉਂਦੇ ਹੋਏ, ਸਿਮਰਨ ਕਰਦੇ ਹੋਏ ਆਪਣਾ ਸਮਾਂ ਬਤੀਤ ਕੀਤਾ ਸਾਧ ਸੰਗਤ 'ਚ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਪਿਆ, ਐਡਾ ਵੱਡਾ ਲੰਬਾ ਅਰਸਾ ਉਸ ਪਰਮੇਸ਼ਰ ਨੇ ਕਿਰਪਾ ਕੀਤਾ,
ਇਹ ਜੀਵਨ ਦਾ ਬੜਾ ਵੱਡਾ ਸੁਭਾਗ ਸਮਾਂ, ਜਿਹੜੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਪਈ ਸਾਧ ਸੰਗਤ 'ਚ। ਦਾਸ ਪ੍ਰਾਰਥਨਾ ਕਰਦਾ ਹੈ, ਇੱਕ ਸਮੇਂ ਹਰਿਮੰਦਰ ਸਾਹਿਬ ਦੇ ਵਿੱਚ ਅਕਾਲ ਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸੁਭਾਏਮਾਨ ਸਨ ਸਾਧ ਸੰਗਤ 'ਚ। ਸਤਸੰਗ ਦੀ ਕੀਰਤਨ ਦੀ ਸਮਾਪਤੀ ਹੋਈ ਤੇ ਸੱਚੇ ਪਾਤਸ਼ਾਹ ਆਪਣੀ ਰਜਾ ਦੇ ਅਨੁਸਾਰ ਕਹਿੰਦੇ ਨੇ, ਸਾਧ ਸੰਗਤ ਜੀ, ਤੁਹਾਡੇ ਵਿੱਚ ਕੋਈ ਐਸਾ ਪੁਰਸ਼ ਬੈਠਾ ਹੈ, ਕੋਈ ਐਸਾ ਗੁਰਸਿੱਖ ਬੈਠਾ ਹੈ ਜਿਹੜਾ ਰੋਜ਼ ਮੋਤੀ ਦਾਨ ਕਰਦਾ ਹੋਵੇ। ਤੁਹਾਡੇ ਵਿੱਚ ਕੋਈ ਐਸਾ ਸਿੱਖ ਬੈਠਾ ਹੈ ਜਿਹੜਾ ਰੋਜ਼ 100 ਮਣ ਸੋਨਾ ਦਾਨ ਕਰਦਾ ਹੋਵੇ। ਤੁਹਾਡੇ ਵਿੱਚ ਐਸਾ ਕੋਈ ਪੁਰਸ਼ ਬੈਠਾ ਹੈ ਜਿਹੜਾ ਰੋਜ਼ ਕੋਈ 100 ਮਣ ਚਾਂਦੀ ਦਾਨ ਕਰਦਾ ਹੋਵੇ, ਜਿਹੜਾ ਕੋਈ ਦੁੱਧ ਦਾਨ ਕਰਦਾ ਹੋਵੇ, ਜਿਹੜਾ ਕੋਈ ਪਾਣੀ ਦਾਨ ਕਰਦਾ ਹੋਵੇ। ਕੋਈ ਐਸਾ ਪੁਰਸ਼ ਹੈ? ਜਦੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ, ਤੇ ਜੇ ਕੋਈ ਕਰਦਾ ਤੇ ਸਾਧ ਸੰਗਤ ਜੀ ਕਹਿੰਦੇ ਨਾ, ਸਾਰੇ ਚੁੱਪ। ਸਾਧ ਸੰਗਤ ਜੀ ਸਾਰੇ ਚੁੱਪ। ਜਦੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਸਾਧ ਸੰਗਤ ਜੀ, ਜੇ ਕੋਈ ਤੁਹਾਡੇ ਵਿੱਚ ਬੈਠਾ ਹੈ ਜਿਹੜਾ ਮੋਤੀ, ਸੋਨਾ, ਚਾਂਦੀ, ਦੁੱਧ ਤੇ ਪਾਣੀ ਦਾਨ ਕਰ, ਤੇ ਦੱਸੋ। ਸਾਰੇ ਚੁੱਪ। ਸਾਧ ਸੰਗਤ 'ਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕੀਤੀ, ਫਿਰ ਆਪ ਲੱਗੇ ਕਿਰਪਾ ਕਰਨ। ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਗੁਰੂ ਨਾਨਕ ਜੀ ਕੀ ਕਿਰਪਾ ਕਰਦੇ ਨੇ? ਕਹਿੰਦੇ ਨੇ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਾਹਿਬ ਉਪਦੇਸ਼ ਕਰਨ ਲੱਗੇ, ਸਾਧ ਸੰਗਤ ਜੀ, 1:11 ਤੇ ਅੰਮ੍ਰਿਤ ਵੇਲਾ ਸ਼ੁਰੂ ਹੁੰਦਾ। ਸਾਧ ਸੰਗਤ 'ਚ 1:11 ਤੋਂ ਲੈ ਕੇ ਜਿਹੜਾ 2:01 ਤੱਕ ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸਾਧ ਸੰਗਤ 'ਚ ਬੜੀ ਸਾਵਧਾਨੀ ਦੇ ਨਾਲ, ਬੜੇ ਉਦਮ ਦੇ ਨਾਲ, ਬੜੇ ਪ੍ਰੇਮ ਤੇ ਪਿਆਰ ਦੇ ਨਾਲ ਜਿਹੜਾ ਸਿਮਰਨ ਕਰਦਾ ਹੈ, ਉਹ 100 ਮਣ ਮੋਤੀ ਦਾਨ ਕਰਦਾ। ਸਾਧ ਸੰਗਤ 'ਚ 2:01 ਤੋਂ ਲੈ ਕੇ 1 ਮਿੰਟ ਤੋਂ ਲੈ ਕੇ ਜਿਹੜਾ 2:52 ਤੱਕ ਸਿਮਰਨ ਕਰਦਾ ਹੈ, ਉਹ ਸੋਨਾ ਦਾਨ ਕਰਦਾ। ਸਾਧ ਸੰਗਤ 'ਚ ਜਿਹੜਾ 2:52 ਤੋਂ ਲੈ ਕੇ 3:43 ਤੱਕ ਦਾਨ ਕਰਦਾ ਹੈ, ਉਹ ਚਾਂਦੀ ਦਾਨ ਕਰਦਾ। ਸਾਧ ਸੰਗਤ 'ਚ ਜਿਹੜਾ 3:43 ਦਾ ਦਾਨ ਕਰਦਾ ਹੈ, ਉਹ ਚਾਂਦੀ ਦਾ ਦਾਨ ਕਰਦਾ ਹੈ। ਜਿਹੜਾ 4:44 ਤੱਕ ਸਿਮਰਨ ਕਰਦਾ ਹੈ, ਉਹ ਦੁੱਧ ਦਾਨ ਕਰਦਾ ਹੈ। ਜਿਹੜਾ 4:34 ਤੋਂ ਲੈ ਕੇ 5:25 ਤੱਕ ਸੁਚੇਤ ਹੁਸ਼ਿਆਰ ਹੋ ਕੇ ਦਾਨ ਕਰਦਾ ਹੈ, ਉਹ ਸਮਣ ਪਾਣੀ ਦਾਨ ਕਰਦਾ। ਸਾਧ ਸੰਗਤ 'ਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਕਰਦੇ ਕਹਿੰਦੇ ਨੇ, ਸਾਧ ਸੰਗਤ ਜੀ, ਇਹ ਜਿਹੜਾ ਤੁਸੀਂ ਸਿਮਰਨ ਕੀਤਾ ਤੇ ਕਰਦੇ ਹੋ ਪਏ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਇਹਦੀ ਇੰਨੀ ਮਹਾਨਤਾ। ਸਾਧ ਸੰਗਤ 'ਚ ਇੱਕ ਸਮੇਂ ਵਰਤਮਾਨ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਲੱਗੇ ਕਰਨ, ਕਰਦੇ ਕਰਦੇ ਕਹਿੰਦੇ, ਸਾਧ ਸੰਗਤ ਜੀ, ਇਸ ਅੰਮ੍ਰਿਤ ਵੇਲੇ ਨੂੰ ਇਤਨੀ ਕੁ ਮਹਾਨਤਾ ਹੈ। ਆਪਣਾ ਜਿਹੜਾ ਦਾਸ ਨੇ ਪ੍ਰਾਰਥਨਾ ਕੀਤੀ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਧ ਸੰਗਤ ਸਾਵਧਾਨ ਹੋ ਕੇ, ਇਕਾਗਰ ਚੀਤ ਕਰਕੇ। ਵਰਤਮਾਨ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜਾ ਸਿਮਰਨ ਕਰਕੇ, ਜਿਹੜਾ ਗੁਰਬਾਣੀ ਪੜ੍ਹ ਕੇ, ਆਪਣਾ ਸਿਮਰਨ ਕਰਕੇ, ਤੇ ਜਿਹੜਾ ਵੀ ਤੁਸੀਂ ਕੰਮ ਨੂੰ ਕਰੋਗੇ ਨਾ ਹੋਵੇਗਾ, ਉਹਦਾ ਮੈਂ ਜ਼ਿੰਮੇਵਾਰ ਹੋਵਾਂਗਾ। ਸਾਧ ਸੰਗਤ 'ਚ ਭਾਵ ਇਸ ਅੰਮ੍ਰਿਤ ਵੇਲੇ ਨੂੰ ਲੈ ਕੇ ਇੰਨੀਆਂ ਮਹਾਨਤਾ ਸਾਡੇ ਅੰਮ੍ਰਿਤ ਵੇਲੇ ਦੇ ਵਿੱਚ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀਆਂ ਨੇ। ਸਾਧ ਸੰਗਤ 'ਚ ਉਹਨਾਂ ਦੇ ਵਾਕ ਅਨੁਸਾਰ ਆਪ ਜਿਹੜਾ ਕਿ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਆਪਾਂ ਨੂੰ ਇਹ ਮਨੁੱਖਾ ਦੇ ਦਿੱਤੀ ਹੈ। ਸਾਧ ਸੰਗਤ 'ਚ ਉਸ ਮਨੁੱਖਾ ਦੇ ਤੋਂ ਬਾਅਦ ਉਸ ਪਰਮੇਸ਼ਰ ਨੇ ਕਿਰਪਾ ਕੀਤਾ ਹੈ, ਜਿਹੜਾ ਆਪਾਂ ਨੂੰ ਸਤਿਗੁਰੂ ਰਾਮ ਸਿੰਘ ਦੇ ਘਰ ਦੇ ਨਾਲ, ਸਤਿਗੁਰੂ ਰਾਮ ਸਿੰਘ ਦੇ ਦਰਬਾਰ ਦੇ ਨਾਲ, ਸਤਿਗੁਰੂ ਰਾਮ ਸਿੰਘ ਦੇ ਦਰ ਦੇ ਨਾਲ ਆਪਾਂ ਨੂੰ ਜੋੜਿਆ। ਸਾਧ ਸੰਗਤ 'ਚ ਇਸ ਵਾਸਤੇ
ਆਪਾਂ ਨੇ ਪਹਿਲੀ ਇਹ ਯਤਨ ਕਰਨਾ ਹੈ ਭਈ ਉਸ ਪਰਮੇਸ਼ਰ ਨੇ ਪਹਿਲੀ ਕੀ ਕਿਰਪਾ ਕੀਤੀ ਹੈ, ਇਹ ਆਪਾਂ ਨੂੰ ਮਨੁੱਖਾ ਦੇ ਦਿੱਤੀ ਹੈ ਸਾਧ ਸੰਗਤ 'ਚ। ਇਸ ਮਨੁੱਖਾ ਦੇ ਬਾਰੇ ਜਿਹੜਾ ਕਿ ਇਸ ਨੂੰ ਕੋਈ ਅੰਮ੍ਰਿਤ ਵੇਲਾ ਕਹਿ ਦਿੰਦਾ ਹੈ, ਕੋਈ ਭੋਰ ਕਹਿ ਦਿੰਦਾ ਹੈ, ਕੋਈ ਸਵੇਰ ਕਹਿ ਦਿੰਦਾ ਹੈ, ਇਹਦੇ ਬੜੇ ਨਾਂ ਨੇ, ਪ੍ਰਭਾਤ ਕਹਿ ਦਿੰਦੇ ਨੇ, ਕਈ ਨਾਂ ਨੇ ਸਾਧ ਸੰਗਤ 'ਚ। ਪਰ ਧਰਮ ਗ੍ਰੰਥਾਂ ਦੇ ਅਨੁਸਾਰ ਇਸ ਨੂੰ ਬ੍ਰਹਮ ਮੁਹੂਰਤ ਕਹਿੰਦੇ ਨੇ ਸਾਧ ਸੰਗਤ 'ਚ। ਉਸ ਬ੍ਰਹਮ ਮੁਹੂਰਤ ਦੇ ਅਨੁਸਾਰ ਕਹਿੰਦੇ ਨੇ, ਬ੍ਰਹਮ ਮੁਹੂਰਤ ਉੱਠੇ ਨਰ, ਏਤੀ ਚਿਤਵੈ ਬਾਤ, ਮੈਂ ਕੋ ਪ੍ਰਭੂ ਕਾਏ ਹਿਤ, ਕੌਣ ਸ਼ਕਤ ਕਹੇ ਜਾਤ। ਸਾਧ ਸੰਗਤ 'ਚ ਜਦੋਂ ਅੰਮ੍ਰਿਤ ਵੇਲਾ ਹੋ ਗਿਆ, ਅਜੇ ਤੁਸਾਂ ਜਲ ਨਹੀਂ ਵਰਤਿਆ, ਲੈਟਰ ਨਹੀਂ ਗਏ, ਇਸ਼ਨਾਨ ਨਹੀਂ ਕੀਤਾ, ਜਿੱਥੋਂ ਉੱਠਿਓ ਉੱਥੇ ਬੈਠ ਜਾਓ, ਉੱਥੇ ਬੈਠ ਜਾਓ। ਧਰਮ ਗ੍ਰੰਥ ਕਹਿੰਦੇ ਨੇ ਫਿਰ ਕੀ ਕਰੋ? ਇਹ 5 ਗੱਲਾਂ ਵੇਖੋ ਸਾਧ ਸੰਗਤ 'ਚ। ਮੈਂ ਕੋ, ਇਹ ਜਿਹੜਾ ਮੈਂ ਮੇਰਾ ਸਰੀਰ ਹੈ, ਇਹ ਕੀ ਹੈ? ਵਿਆਖਿਆ ਸਮਾਂ ਮੰਗਦੀ ਹੈ ਸਾਧ ਸੰਗਤ 'ਚ। ਕੋ ਪ੍ਰਭੂ, ਜਿਹਨੂੰ ਪ੍ਰਭੂ ਕਹਿੰਦੇ ਨੇ, ਭਗਵਾਨ ਕਹਿੰਦੇ ਨੇ, ਉਹ ਕੌਣ ਹੈ? ਕਾਏ ਹਿਤ, ਜਿਹੜਾ ਮੇਰਾ ਹਿਤ ਹੈ, ਇਹ ਵਿਸ਼ੇ ਵਿਕਾਰ ਨਾ ਲੱਗਾ, ਧੀਆਂ ਪੁੱਤਰਾਂ ਨਾ ਲੱਗਾ, ਦਾਨ ਪੁੰਨ ਨਾ ਲੱਗਾ, ਕਿ ਜਾਂ ਨਾਮ ਬਾਣੀ ਨਾ ਲੱਗਾ। ਕਾਏ ਹਿਤ। ਤੀਜੀ ਗੱਲ, ਚੌਥੀ ਗੱਲ, ਜਿਹੜਾ ਸਰੀਰ ਚੱਲਦਾ ਪਿਆ, ਇਹਨੂੰ ਕੌਣ ਚਲਾਉਂਦਾ ਪਿਆ? ਮੈਂ ਕਿਸ ਜੂਨ ਦੇ ਵਿੱਚ ਆ? ਜਾਤ ਤੋਂ ਭਾਵ ਜੂਨ। ਇਹ ਸੋਚਣਾ ਹੈ ਭਈ ਮੈਂ ਮਨੁੱਖ ਹੁੰਦਾ ਹੋਇਆ ਕਿਤੇ ਪਸ਼ੂ ਵਾਲੇ ਕੰਮ ਤੇ ਨਹੀਂ ਕਰਦਾ ਪਿਆ। ਇਹ 5 ਗੱਲਾਂ ਵਿਚਾਰ ਕੇ ਹੁਣ ਆਪਣਾ ਕਰਮ ਕਿਰਿਆ ਕਰੋ ਸਾਧ ਸੰਗਤ 'ਚ। ਭਾਵ ਇਹ ਧਰਮ ਗ੍ਰੰਥ ਕਹਿੰਦੇ ਨੇ ਪਏ, ਦਾਸ ਪ੍ਰਾਰਥਨਾ ਕਰਦਾ ਹੈ, ਪਹਿਲਾਂ ਭਗਵਾਨ ਨੇ ਕਿਰਪਾ ਕੀਤੀ ਆਪਾਂ ਦੇ, ਇਹ ਕਿਰਪਾ ਕੀਤੀ ਸਾਧ ਸੰਗਤ 'ਚ। ਦੂਜੀ ਉਸ ਅਕਾਲ ਪੁਰਖ ਨੇ, ਸਤਿਗੁਰੂ ਨੇ ਕੀ ਕੀਤੀ? ਕਿਰਪਾ ਕੀਤੀ ਸਾਡੇ ਤੇ, ਜਿਹੜਾ ਸਾਨੂੰ ਸਤਿਗੁਰੂ ਰਾਮ ਸਿੰਘ ਦੇ ਦਰ ਦੇ ਨਾਲ, ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਨਾਲ, ਇਸ ਗੁਰੂ ਘਰ ਨਾਲ ਜੋੜਿਆ ਸਾਧ ਸੰਗਤ 'ਚ। ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। द्वादश पुरख हैं आद से, सब हिनके सिरमौर, कल युग में जिस आए कै सिखी धर्म दिया तोर। साध संगत जिन्हों ने इस कलयुग के समय च आके गुरु नानक दशमेश पातशाही नूं भाव दोबारा सुरजीत किया। फिर साध संगत सुरजीत किस तरह किया? जिहड़ा गुरु नानक सच्चे पातशाह जी ने सारे संसार का रटन करने वास्ते 4 उदासियां बनाइया, इस तरह सतगुरु राम सिंह सच्चे पातशाह ने सारे संसार का उद्धार करने वास्ते भाव ये 4 ढंग अपने उपदेश दे बनाए। साध संगत पहला ढंग सदाचारक दास, ये आप जी नूं ध्यान दिवाउण दा यतन करदा पिया। उस अकाल पुरख ने किरपा की, ਆਪਾਂ ਨੂੰ ਸਤਿਗੁਰੂ ਰਾਮ ਸਿੰਘ ਦੇ ਦਰ ਦੇ ਨਾਲ, ਇਸ ਘਰ ਦੇ ਨਾਲ ਨਾਮਧਾਰੀ ਸਮਾਜ ਜੋੜਿਆ। ਕੀ ਆਪਾਂ ਨਾਮਧਾਰੀ ਕਦੇ ਇਹ ਸੋਚਿਆ ਵੀ ਆਪਾਂ ਕੀ ਅਖਵਾਉਣ ਦੇ ਹੱਕਦਾਰ ਆਪਾਂ, ਔਰ ਆਪਾਂ ਨੂੰ ਕੀ ਅਖਵਾਉਣਾ ਚਾਹੀਦਾ ਹੈ, ਕਿਵੇਂ ਬਣਨਾ ਚਾਹੀਦਾ ਹੈ? ਇਸ ਵਾਸਤੇ ਸੇ ਪ੍ਰਾਰਥਨਾ ਕਰਦਾ ਪਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਗੱਲ ਹੁਕਮ ਕੀਤਾ, ਮਾਸ ਸ਼ਰਾਬ ਚੋਰੀ ਯਾਰੀ ਇਹਦਾ ਤਿਆਗ ਸਦਾ ਸਦਾ। ਸਾਧ ਸੰਗਤ ਜੀ ਭਾਵ ਇਹ ਸੱਚੇ ਪਾਤਸ਼ਾਹ ਦਾ ਪਹਿਲਾ ਹੁਕਮ ਸੀ ਸਾਧ ਸੰਗਤ ਜੀ। ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਜਿਹੜੀ ਆਪਣੀ ਇਕੱਤਰਤਾ ਹੈ, ਇਹ ਜਿਹੜਾ ਆਪਣਾ ਇਕੱਠ ਹੈ, ਇਹਨੂੰ ਆਪਾਂ ਸਤਸੰਗ ਕਹਿੰਦੇ ਹਾਂ। ਸਾਧ ਸੰਗਤ ਜੀ ਸਤਸੰਗ ਤੋਂ ਭਾਵ ਹੈ ਸੱਚੇ ਪੁਰਸ਼ਾਂ ਦਾ ਇਕੱਠ। ਜਿਹੜਾ ਸੱਚ ਨਾਲ ਜੁੜ ਗਿਆ, ਜਿਹੜੇ ਸੱਚ ਨੂੰ ਮਿਲਣ ਵਾਸਤੇ ਆਏ ਨੇ, ਉਹਨੂੰ ਕਹਿੰਦੇ ਨੇ ਸਤ ਸੰਗੀ। ਸਾਧ ਸੰਗਤ ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਸ ਨੂੰ ਸੱਚ ਤੋਂ ਪੈਦਾ ਕੀਤਾ। ਜਦੋਂ ਸੱਚ ਤੋਂ ਪੈਦਾ ਕੀਤਾ, ਇਹਦਾ ਨਾਮ ਫਿਰ ਸੰਤ ਰੱਖਿਆ ਗਿਆ। ਸਾਧ ਸੰਗਤ ਇਸ ਵਾਸਤੇ ਪ੍ਰਾਰਥਨਾ ਕਰਦਾ ਪਿਆ, ਇਹ ਜਿਹੜਾ ਕਿ ਆਪਾਂ ਇੱਥੇ ਬੈਠੇ ਹਾਂ, ਇੱਕ ਜਨਮ ਆਪਾਂ ਨੇ ਮਾਤਾ ਦੇ ਪੇਟੋਂ ਲਿਆ। ਸਾਧ ਸੰਗਤ ਮਾਤਾ ਦੇ ਪੇਟੋਂ ਲੈ ਕੇ ਆਪਾਂ ਸੁੱਤ ਬਣ ਗਏ, ਪੁੱਤਰ ਬਣ ਗਏ। ਹੁਣ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰ ਤੋਂ, ਹੁਣ ਆਪਾਂ ਸਤਿਗੁਰੂ ਰਾਮ ਸਿੰਘ ਦੇ ਘਰ ਤੋਂ ਸਤਿਗੁਰ ਕੈ ਜਨਮੈ ਗਵਨ ਮਿਟਾਇਆ।
ਇਹ ਆਪਾਂ ਸਾਰੇ ਗਰਭ 'ਚ ਬੈਠੇ ਆ ਸਾਧ ਸੰਗਤ 'ਚ। ਇਹ ਸਤ ਸੰਗ ਰੂਪੀ ਗਰਭ ਹੈ। ਇਸ ਗਰਭ 'ਚ ਆਪਾਂ ਨੇ ਜਨਮ ਲੈ ਕੇ ਤੇ ਫਿਰ ਕੀ ਕਰਨਾ ਹੈ? ਸਤਿਗੁਰੂ ਜੀ ਨਾਲ ਕਿਸ ਤਰ੍ਹਾਂ ਜੁੜਨਾ ਹੈ? ਭਾਵ ਇਹ ਗਰਭ ਇਹ ਐਸਾ ਹੈ, ਇੱਕ ਬੜਾ ਧਿਆਨ ਰੱਖਣਾ ਸਾਧ ਸੰਗਤ 'ਚ। ਗਰਭ ਜੇ ਆਪਾਂ ਦੂਰ ਦ੍ਰਿਸ਼ਟੀ ਨਾਲ ਵੇਖਾਂਗੇ, ਜਿਹੜਾ ਗਰਭ ਹੈ ਇਹ ਇਨਸਾਨ ਦਾ, ਮਨੁੱਖ ਦਾ ਮਾਤਾ ਦੇ ਗਰਭ ਤੋਂ ਜਨਮ ਹੁੰਦਾ ਸਾਧ ਸੰਗਤ 'ਚ। ਪਰ ਸਮਾਂ ਹੁੰਦਾ ਹੈ ਕੋਈ ਐਸਾ ਕਰਮ ਅੱਗੇ ਆ ਜਾਂਦਾ ਹੈ, ਬਹੁਤੇ ਬੱਚੇ ਗਰਭ ਵਿੱਚ ਹੀ ਛਣ ਜਾਂਦੇ ਨੇ ਸਾਧ ਸੰਗਤ 'ਚ। ਉਹ ਮਾਤਾ ਦਾ ਜਿਹੜਾ ਗਰਭ ਹੈ, ਪੇਟ ਹੈ, ਉਹ ਜਨਮ ਸਥਾਨ ਹੈ, ਪਰ ਉਸ ਗਰਭ ਛਣ ਕੇ ਗੁਰੂ ਦੇ ਪਿਆਰਿਓ, ਛਣ ਕੇ ਸਾਧ ਸੰਗਤ 'ਚ। ਇਸ ਵਾਸਤੇ ਇਹ ਵੀ ਖਿਆਲ ਰੱਖਣਾ ਭਈ ਆਪਾਂ ਇਸ ਸਤਿਗੁਰੂ ਰੂਪੀ, ਇਸ ਸਤਸੰਗ ਰੂਪੀ ਸੰਗਤ ਦੇ ਵਿੱਚ, ਇਸ ਗਰਭ 'ਚ ਆਪਾਂ ਬੈਠੇ ਹਾਂ, ਇੱਥੇ ਕਿਤੇ ਛਣ ਨਾ ਜਾਈਏ। ਭਾਵ ਇੱਥੋਂ ਲੈਣਾ, ਜਨਮ ਲੈਣਾ ਹੈ। ਜਨਮ ਲੈ ਕੇ ਆਪਾਂ ਨੇ 84 ਲੱਖ ਜੂਨ ਨੂੰ, ਇਸ ਮਨੁੱਖਾ ਦੇਹੀ ਨੂੰ, ਇਸ ਜੀਵਨ ਨੂੰ ਆਪਾਂ ਨੇ ਸਫਲ ਕਰਨਾ ਸਾਧ ਸੰਗਤ ਜੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਦੂਸਰਾ ਆਪਣਾ ਉਪਦੇਸ਼ ਦਾ ਢੰਗ ਬਣਾਇਆ, ਪਹਿਲਾ ਸਦਾਚਾਰਕ, ਦੂਸਰਾ ਸਮਾਜਿਕ ਸਾਧ ਸੰਗਤ ਜੀ। ਸਮਾਜਿਕ ਕੀ ਬਣਾਇਆ? ਇਸ ਜਿਹੜਾ ਕਿ ਦਾਜ ਲੈਣਾ, ਦਾਜ ਦੇਣਾ, ਅਥਵਾ ਜਿਹੜਾ ਕਿ ਗਰਭਪਾਤ ਹੈ, ਅਥਵਾ ਜਿਹੜਾ ਕਿ ਬਾਲ ਅਵਸਥਾ ਦੇ ਵਿਆਹ ਨੇ, ਭਾਵ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਆਪਾਂ ਨੂੰ ਵਿਵਰਜਿਤ ਕੀਤੇ ਸਾਧ ਸੰਗਤ 'ਚ। ਭਾਵ ਇਸ ਵਾਸਤੇ ਆਪਾਂ ਨੇ ਸੋਚਣਾ ਹੈ ਵੀ ਆਪਾਂ ਸਤਿਗੁਰ ਨਾਲ ਜੁੜ ਕੇ, ਸਤਿਗੁਰ ਦੇ ਘਰ ਦੇ ਨਾਲ ਜੁੜ ਕੇ ਇਹ ਵੇਖਣਾ ਹੈ ਵੀ ਉਹ ਕੰਮ ਤੇ ਨਹੀਂ ਆਪਾਂ ਕਰਦੇ ਜਿਹਦੇ ਨਾਲ ਸਤਿਗੁਰ ਦੇ ਜਸ ਨੂੰ, ਸਤਿਗੁਰ ਦੇ ਨਾਮ ਨੂੰ ਕੋਈ ਕਲੰਕ ਲੱਗੇ ਸਾਧ ਸੰਗਤ 'ਚ। ਇਹ ਆਪਾਂ ਨੇ ਵਿਚਾਰ ਕਰ ਇਸ ਵਾਸਤੇ ਮਰਜ਼ੀ ਕੀਤੀ ਸੀ ਭਈ ਸਤਿਗੁਰ ਨੇ ਦੂਸਰਾ ਕਿਹੜਾ ਸਾਡੇ ਤੇ ਕਿਰਪਾ ਕੀਤੀ? ਆਪਾਂ ਨੂੰ ਨਾਮਧਾਰੀ ਸਮਾਜ ਨਾਲ ਜੋੜਿਆ ਸਾਧ ਸੰਗਤ ਜੀ, ਨਾਮਧਾਰੀ ਘਰ ਨਾਲ ਜੋੜਿਆ, ਸਤਿਗੁਰ ਦੇ ਚਰਨ ਨਾਲ ਜੋੜਿਆ। ਤੇ ਤੀਸਰਾ ਸੀ ਧਾਰਮਿਕ, ਧਾਰਮਿਕ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਸਣੇ ਕੇਸੀ ਇਸ਼ਨਾਨ ਪਾਣੀ ਕਰਨਾ, ਨਿਤਨੇਮ ਕਰਨਾ, ਪਾਠ ਪੂਜਾ ਕਰਨਾ, ਦਸਨਾਵਾਂ ਦੀ ਕਿਰਤ ਕਰਨੀ, ਸੋਚ ਸੋਧ ਮਰਿਆਦਾ ਰੱਖਣੀ। ਇਹ ਸੀ ਧਾਰਮਿਕ ਸਾਧ ਸੰਗਤ 'ਚ। ਰਾਜਨੀਤਕ ਜਿਹੜਾ ਕਿ ਉਸ ਸਮੇਂ ਦੀ ਆਵਾਜ਼ ਸੀ, ਨਾ ਮਿਲਵਰਤਨ ਦੀ ਲਹਿਰ ਸਾਧ ਸੰਗਤ 'ਚ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਦਾਸ ਇਹ ਪ੍ਰਾਰਥਨਾ ਕਰਦਾ ਆਪ ਦੇ ਚਰਨ ਦੇ ਵਿੱਚ, ਪਹਿਲੀ ਕਿਰਪਾ ਸਤਿਗੁਰੂ ਨੇ ਆਪਾਂ ਨੂੰ ਮਨੁੱਖਾ ਦੇਹ ਮਿਲੀ, ਦੂਜੀ ਕਿਰਪਾ ਕੀਤੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਗੁਰੂ ਚਰਨਾਂ ਦੇ ਨਾਲ, ਇਸ ਨਾਮਧਾਰੀ ਸਮਾਜ ਦੇ ਨਾਲ, ਇਸ ਨਾਮਧਾਰੀ ਪੰਥ ਨਾਲ ਜੋੜਿਆ ਸਾਧ ਸੰਗਤ 'ਚ। ਇਸ ਵਾਸਤੇ ਉਹਦੇ ਅਨੁਸਾਰ ਦਾਸ ਪ੍ਰਾਰਥਨਾ ਕਰਦਾ ਪਿਆ, ਆਪ ਲਗਾਤਾਰ 111ਵਾਂ ਜਿਹੜਾ ਕਿ ਤੁਹਾਡਾ ਇਹ ਪ੍ਰਯੋਗ ਹੈ, ਇਹ ਚੱਲਦਾ ਪਿਆ ਸਾਧ ਸੰਗਤ 'ਚ। ਉਸ 111ਵੇਂ ਪ੍ਰਯੋਗ ਚੱਲਣ ਦੇ ਵਾਸਤੇ ਦਾਸ ਪ੍ਰਾਰਥਨਾ ਕਰਦਾ ਪਿਆ, ਆਪਾਂ ਨੇ ਸ਼ੁਭ ਗੁਣਾਂ ਦੀ ਗ੍ਰਹਿਣ ਕਰਨਾ, ਸ਼ੁਭ ਗੁਣਾਂ ਦੀ ਪ੍ਰਾਪਤੀ ਕਰਨੀ ਸਾਧ ਸੰਗਤ 'ਚ। ਕਿਉਂਕਿ ਸ਼ੁਭ ਗੁਣ ਕਿਸ ਤਰ੍ਹਾਂ ਦੇ ਨੇ? ਇਤਿਹਾਸ ਮਹਾਤਮਾ ਕਹਿੰਦੇ ਨੇ, ਇੱਕ ਜ਼ਿਮੀਂਦਾਰ ਕਿਸਾਨ, ਉਸਨੇ ਆਪਣੀ ਫਸਲ ਨੂੰ ਪਾਣੀ ਲਾਉਣ ਦੇ ਵਾਸਤੇ, ਭਾਵ ਕੋਈ ਖੂਹ ਤੋਂ ਜਾਂ ਕਿਸੇ ਨਹਿਰ ਤੋਂ ਪਾਣੀ ਲਾਤਾ ਆਪਣੇ ਖੇਤਾਂ ਨੂੰ ਸਾਧ ਸੰਗਤ 'ਚ। ਸਾਰੀ ਦਿਹਾੜੀ ਆਪਣੇ ਖੇਤ ਨੂੰ ਰਾਤ ਪਾਣੀ ਚੱਲਦਾ ਰਿਹਾ। ਜਦੋਂ ਦਿਨ ਚੜ੍ਹਿਆ, ਉਸਨੇ ਜਾ ਕੇ ਆਪਣਾ ਫਸਲ ਵੇਖੀ, ਆਪਣਾ ਕਿਆਰਾ ਵੇਖਿਆ, ਉਹ ਨੱਕੇ ਕੇ ਪਾਣੀ ਨਾ ਪਹੁੰਚਾ ਸਾਧ ਸੰਗਤ 'ਚ। ਕਹਿੰਦਾ ਸਾਰੀ ਰਾਤ ਪਾਣੀ ਚੱਲਦਾ ਰਿਹਾ ਤੇ ਜਿਹੜੀ ਫਸਲ ਸੀ ਇਹ ਭਰੀ ਕੋਈ ਨਹੀਂ, ਕਿਆਰਾ ਭਰਿਆ ਕੋਈ ਨਹੀਂ ਗਾ, ਕੀ ਕਾਰਨ ਹੈ? ਉਹ ਜਦੋਂ ਕਾਰਨ ਵੇਖਿਆ, ਪਿਛਾਂ ਨੂੰ ਪਰਤਿਆ ਤੇ ਕੀ ਵੇਖਦਾ ਪਿਆ? ਉਹ ਜਿੱਥੋਂ ਦੀ ਪਾਣੀ ਲੰਘਣਾ ਸੀ ਨਾ, ਉਸ ਆੜ ਦੇ ਵਿੱਚ ਖੁੱਡਾਂ ਬੜੀਆਂ ਪੈ ਚੁੱਕੀਆਂ ਸੀ ਸਾਧ ਸੰਗਤ 'ਚ, ਤੇੜਾਂ ਬੜੀਆਂ ਪੈ ਚੁੱਕੀਆਂ ਸੀ। ਉਹ ਤੇੜਾਂ ਦੇ ਪੈਣ ਕਰਕੇ, ਖੁੱਡਾਂ ਦੇ ਪੈਣ ਕਰਕੇ ਜਿੱਥੇ ਪਾਣੀ ਨੇ ਪਹੁੰਚਣਾ ਸੀ ਨਾ, ਉੱਥੇ ਪਹੁੰਚਿਆ ਨਹੀਂ ਸਾਧ ਸੰਗਤ 'ਚ। ਦਾਸ ਪ੍ਰਾਰਥਨਾ ਕਰਦਾ ਪਿਆ, ਸਿਮਰਨ ਕਰਨ ਲੱਗਿਆ, ਨਾਮ ਜਪਣ ਲੱਗਿਆ, ਸਤਸੰਗ ਕਰਨ ਲੱਗਿਆ, ਆਪਾਂ ਨੇ ਯਤਨ ਕਰਨਾ ਹੈ ਭਈ ਜਿਹੜੀ ਕਿਸੇ ਪ੍ਰਕਾਰ ਦੀ ਕੋਈ ਖੁੱਡ ਹੈ, ਉਹ ਖੁੱਡ ਨਾ ਪੈ ਜਾਏ ਸਾਧ ਸੰਗਤ ਜੀ। ਕਿਉਂਕਿ ਖੁੱਡ ਕਈ ਤਰ੍ਹਾਂ ਦੀਆਂ ਖੁੱਡਾਂ ਪੈ ਜਾਂਦੀਆਂ ਨੇ ਸਾਧ ਸੰਗਤ 'ਚ।
ਉਹਨਾਂ ਖੁੱਡਾਂ ਤੋਂ ਆਪਾਂ ਬਚਣ ਦੇ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਐ ਮਨੁੱਖ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨੇ ਸਾਦੀ। ਪਰ ਧਨ ਪਰ ਤੀ ਨਿੰਦਾ ਪਰ ਅਪਵਾਦ ਨਾ ਛੂਟੈ। ਖੁੱਡਾਂ ਨੇ ਸਾਧ ਸੰਗਤ 'ਚ, ਇਹ ਖੁੱਡਾਂ ਨੂੰ ਕੀ ਕਰਨਾ ਹੈ? ਆਪਾਂ ਨੇ ਬੰਦ ਕਰਨਾ ਸਾਧ ਸੰਗਤ ਜੀ। ਇਸ ਸੰਸਾਰ ਦੇ ਵਿੱਚ ਆਵਾਗਾਉਣ ਦੇ ਚੱਕਰ ਦਾ ਕਾਰਨ ਕੀ ਹੈ? ਪਰ ਧਨ ਪਰ ਤੀ ਨਿੰਦਾ ਪਰ ਅਪਵਾਦ ਨਾ ਛੂਟੈ। ਆਵਾਗਮਨ ਹੋਤ ਹੈ ਫੁਣ ਇਹ ਪ੍ਰਸੰਗ ਨਾ ਟੂਟੈ। ਸਾਧ ਸੰਗਤ ਜੀ, ਇਹਨਾਂ ਖੁੱਡਾਂ ਨੂੰ ਆਪਾਂ ਨੇ ਬੰਦ ਕਰਨਾ ਹੈ। ਇਹਨਾਂ ਖੁੱਡਾਂ ਨੂੰ ਬੰਦ ਕਰਕੇ ਤੇ ਆਪਾਂ ਨੇ ਇਹ ਜਿਹੜੀ ਤਪੱਸਿਆ ਹੈ, ਇਹ ਜਿਹੜਾ ਸਿਮਰਨ ਹੈ, ਇਹ ਜਿਹੜੀ ਸੇਵਾ ਹੈ, ਕਿਉਂਕਿ ਇਹ ਜਿਹੜੀ ਸੇਵਾ ਹੈ ਇਹ ਵੀ ਚੋਰ ਬਣਾ ਦਿੰਦੀ ਹੈ। ਸਾਧ ਸੰਗਤ ਜੀ, ਬੜਾ ਧਿਆਨ ਰੱਖਣਾ, ਬੜੇ ਮੋੜ ਨੇ ਸੰਸਾਰ ਦੇ ਵਿੱਚ। ਜਿਸ ਤਰ੍ਹਾਂ ਕਿ ਦਾਸ ਨੇ ਪ੍ਰਾਰਥਨਾ ਕੀਤੀ ਹੈ, ਉਹ ਬੱਚੇ ਨੇ ਲੈਣਾ ਸੀ ਜਨਮ ਤੇ ਪੇਟ 'ਚ ਛਣ ਗਿਆ। ਇਸੇ ਤਰ੍ਹਾਂ ਤੁਸੀਂ ਵੇਖਦੇ ਹੋ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਪਾਣੀ ਜੀਵ ਜੰਤੂ ਬਨਸਪਤੀ ਪੈਦਾਇਸ਼ ਹੈ। ਜੇ ਜਲ ਨਾ ਬਰਸੇ, ਜਲ ਖਤਮ ਹੋ ਜੇ, ਸਾਰੇ ਖਤਮ। ਸਾਧ ਸੰਗਤ ਜੀ, ਪਰ ਕਹਿੰਦੇ ਨੇ ਜੇ ਹੜ੍ਹ ਆ ਜਾਣ ਤੇ ਸਾਧ ਸੰਗਤ ਜੀ ਉਹ ਵੀ ਪਾਣੀ ਹੈ, ਉਹ ਵੀ ਪਾਣੀ ਹੈ, ਸਾਰਾ ਦਾ ਨੁਕਸਾਨ ਕਰ ਦਿੰਦਾ। ਸਾਧ ਸੰਗਤ ਜੀ, ਉਸੇ ਜਲ ਤੋਂ ਜੀਵਨ ਮਿਲਿਆ ਸੀ, ਉਸੇ ਜਲ ਤੋਂ ਗੁਰੂ ਦੇ ਪਿਆਰਿਓ ਮੌਤ ਮਿਲ ਗਈ। ਸਾਧ ਸੰਗਤ ਜੀ, ਇਸੇ ਸਾਸੰਗ ਕਰਦਿਆਂ ਸੇਵਾ ਕਰਦਿਆਂ ਆਪਾਂ ਨੂੰ ਜੀਵਨ ਮਿਲਦਾ ਸੀ। ਇਸੇ ਸੇਵਾ ਸਿਮਰਨ ਕਰਦਿਆਂ ਆਪਾਂ ਨੂੰ ਨਰਕਾਂ ਦੇ ਵਾਸੀ ਹੋ ਗਏ। ਸਾਧ ਸੰਗਤ ਜੀ, ਇਸ ਵਾਸ ਦਾ ਪ੍ਰਾਰਥਨਾ ਕਰਦਾ ਪਿਆ। ਆ ਤੁਸੀਂ ਪੌਣ ਵੇਖਦੇ ਹੋ, ਹਵਾ ਬਨਸਪਤੀ ਜੀਵ ਜੰਤੂ ਦਾ ਆਧਾਰ ਹੈ। ਜੇ ਹਵਾ ਬੰਦ ਹੋ ਤੇ ਸਾਰੇ ਸੁੰਨ, ਤੇ ਜੇ ਤੂਫਾਨ ਆ ਜਾਣ ਤੇ ਨਾਸ ਕਰ ਦਿੰਦੇ। ਸਾਧ ਸੰਗਤ, ਸਾਰਾ ਮੌਤ ਆ ਜਾਂਦੀ। ਗੁਰੂ ਦੇ ਪਿਆਰਿਓ, ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਪਿਆ, ਸੇਵਾ ਸਿਮਰਨ ਕਰਨ ਲੱਗਿਆਂ, ਤਪੱਸਿਆ ਕਰਨ ਲੱਗਿਆਂ ਇਹਨਾਂ ਜਿਹੜੀਆਂ ਖੁੱਡਾਂ ਨੇ ਜ਼ਿਮੀਂਦਾਰ ਦੇ ਵਾਂਗਰ, ਇਹਨਾਂ ਨੂੰ ਆਪਾਂ ਨੇ ਖਤਮ ਕਰਨਾ। ਸਾਧ ਸੰਗਤ ਜੀ, ਅਗਲੀ ਗੱਲ ਦਾਸ ਆਪ ਦੀ ਪ੍ਰਾਰਥਨਾ ਇਹ ਕਰਨ ਲੱਗਾ ਹੈ, ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਆ ਤੇ ਕਿਰਪਾ ਕਰਦੇ ਨੇ ਪਏ। ਹੁਣ ਇਹ ਸੰਸਾਰ ਦਾ ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖੇ ਆਵੈ ਭਾਗ। ਇਹ ਤੇ ਸੰਜੋਗ ਵਿਜੋਗ ਚੱਲਦੇ ਨੇ ਪਏ। ਸਾਧ ਸੰਗਤ ਜੀ, ਹੁਣ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕੇ, ਸਤਿਗੁਰਾਂ ਦੇ ਕੋਲੋਂ ਹੁਕਮ ਲੈ ਕੇ ਆਪਾਂ ਨੇ ਆਪਣੇ ਘਰਾਂ ਨੂੰ ਰਵਾਨਾ ਹੋਣਾ। ਸਾਧ ਸੰਗਤ ਜੀ, ਉਸ ਘਰਾਂ ਨੂੰ ਜਾਣਾ ਹੈ। ਦਾਸ ਇਹ ਪ੍ਰਾਰਥਨਾ ਕਰਦਾ ਪਿਆ, ਜਿਸ ਤਰ੍ਹਾਂ ਇੱਥੇ ਸਤਿਗੁਰ ਜੀ ਸਾਡੇ 'ਤੇ ਕਿਰਪਾ ਕਰਦੇ ਨੇ ਪਏ, ਅੰਮ੍ਰਿਤ ਵੇਲੇ ਉੱਠਣ ਦਾ, ਆਪਣੀ ਕਰਮ ਕਿਰਿਆ ਕਰਕੇ ਸੇਵਾ ਸਿਮਰਨ ਕਰਨ ਦਾ, ਇਹ ਆਪਾਂ ਨੇ ਆਪਣੇ ਘਰਾਂ ਜਾ ਕੇ ਛੱਡ ਨਹੀਂ ਦੇਣਾ। ਇਹ ਆਪਾਂ ਨੇ ਆਪਣੇ ਘਰਾਂ ਜਾ ਕੇ ਇਸ ਨੂੰ ਵਰਤਣਾ ਹੈ। ਕਿਉਂਕਿ ਦਾਸ ਆਪ ਦੇ ਪ੍ਰਾਰਥਨਾ ਕਰਦਾ ਹੈ, ਗੁਰਬਾਣੀ ਦੇ ਵਿੱਚ ਜਦੋਂ ਤੁਸੀਂ ਭੱਟਾਂ ਦੇ ਸਵਈਏ ਪੜ੍ਹੋਗੇ ਨਾ, ਉਹਨਾਂ ਦੇ ਵਿੱਚ ਇੱਕ ਗੱਲ ਆਉਂਦੀ ਹੈ, ਰੁਕ ਮੰਗਤ ਕਰਤੂਤ ਰਾਮ ਜੰਪੋ ਨਿਤ ਭਾਈ। ਇਹ ਦੁਨੀਆ ਦੇ ਲੋਕੋ, ਜਿਸ ਤਰ੍ਹਾਂ ਰਾਜੇ ਰੁਕ ਮੰਗਦ ਨੇ ਆਪਣਾ ਨਿਤ ਕਰਮ ਨਹੀਂ ਸੀ ਛੱਡਿਆ, ਇਹਨੂੰ ਪੂਰਾ ਕਰਨ ਦਾ ਯਤਨ ਕੀਤਾ, ਉਹਦੇ ਤੇ ਆਪਾਂ ਵੀ ਚੱਲਣ ਦਾ ਯਤਨ ਕਰਨਾ। ਸਾਧ ਸੰਗਤ ਜੀ, ਚੰਦ ਮਿੰਟਾਂ ਦੇ ਵਿੱਚ ਅਯੁੱਧਿਆਪੁਰੀ ਦੇ ਵਿੱਚ ਇੱਕ ਰਾਜਾ ਰਿਤੂਪਰਨ ਹੋਇਆ। ਸਾਧ ਸੰਗਤ ਜੀ, ਨਦੀ ਕਿਨਾਰੇ ਬ੍ਰਿਛ ਜੋ ਪਰ ਕਰ ਜਾਵੈ ਨਾਰ, ਮੰਤਰੀ ਦੇ ਬਿਨ ਭੂਪਤੀ ਨਾਸ ਹੋਤੀਏ ਸਾਰ। ਸਾਧ ਸੰਗਤ, ਜਿਹੜਾ ਨਦੀ ਦੇ ਕਿਨਾਰੇ ਤੇ ਬ੍ਰਿਛ ਹੈ, ਉਹਦੀ ਕੋਈ ਮਨਿਆਦ ਨਹੀਂ। ਸਾਧ ਸੰਗਤ ਜੀ, ਜਿਹੜਾ ਨਜਾਇਜ਼ ਸੰਬੰਧ ਦੇ ਵਾਸਤੇ, ਨਜਾਇਜ਼ ਵਿਸ਼ੇ ਵਿਕਾਰ ਦਾ ਕਿਸੇ ਦੇ ਘਰ ਜਾਂਦਾ ਹੈ, ਉਸ ਮਨੁੱਖ ਦੀ ਇੱਜ਼ਤ, ਉਸ ਮਨੁੱਖ ਦਾ ਕੋਈ ਮੌਤ ਦਾ ਕੋਈ ਵਿਸ਼ਵਾਸ ਨਹੀਂ। ਸਾਧ ਸੰਗਤ ਜੀ, ਜਿਸ ਮਨੁੱਖ ਦੇ ਸਲਾਹਕਾਰ ਭੈੜੇ ਨੇ, ਉਸ ਮਨੁੱਖ ਦੀ ਕੋਈ ਮਨਿਆਦ ਨਹੀਂ। ਸਾਧ ਸੰਗਤ ਜੀ, ਧਰਮ ਗ੍ਰੰਥ ਕਹਿੰਦੇ ਨੇ ਪਏ, ਇਹ ਰਾਜੇ ਰਿਤੂਪਰਨ ਦੇ ਜਿਹੜੇ ਸੀ ਵਜ਼ੀਰ ਮੰਤਰੀ ਬੜੇ ਚੰਗੇ ਸੀ। ਕਹਿਣ ਲੱਗੇ, ਰਾਜਾ ਤੂੰ ਕੋਈ ਦਾਨੰ ਪਰਾਪੂਰ ਬੇਨ ਪਚੰਤੇ ਮਹੀਪਤੇ, ਆ ਤੂੰ ਧਰਤੀ ਦਾ ਖਸਮ ਬਣਿਆ, ਮਾਲਕ ਬਣਿਆ, ਕੋਈ ਧਰਮ ਕੀਤਾ ਹੈ, ਇਸ ਵਾਸਤੇ ਕੋਈ ਧਰਮ ਕਰਮ ਕਰ। ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਤੁਹਾਡੇ ਕੋਲ ਮਿਸਾਲ ਹੈ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਆਪਣੇ ਮਾਤਾ ਜੀ ਦੇ ਕਹਿਣ ਦੇ ਅਨੁਸਾਰ ਤਪ ਕਰਦੇ ਕਰਦੇ ਵਾਪਸ ਆਏ, ਤੇ ਮਾਤਾ ਜੀ ਇਸੇ ਰਾਮ ਸਰੋਵਰ ਤੇ ਸਿੱਖ ਸੰਗਤ ਸਮੇਤ ਇਕੱਠ ਹੋਇਆ ਸੀ, ਤੇ ਮਾਤਾ ਜੀ ਕਹਿੰਦੇ ਨੇ, ਪ੍ਰਤਾਪ ਸਿੰਘ ਕਿੱਥੇ ਚੱਲਿਆ ਸੇ? ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਕਹਿੰਦੇ ਨੇ, ਮਾਤਾ ਜੀ ਇੱਥੇ ਭੈਣੀ ਸਾਹਿਬ ਜੀ ਝੁਮੇਲਾ ਜਿਹਾ ਬੜਾ ਰਹਿੰਦਾ, ਤੇ ਮੈਂ ਜੰਗਲਾਂ ਦੇ ਵਿੱਚ ਤਪ ਕਰਨ ਚੱਲਿਆ ਸੀ।
ਮਾਤਾ ਜੀ ਕਹਿੰਦੇ ਨੇ ਪ੍ਰਤਾਪ ਸਿੰਘ ਤੂੰ ਬੜਾ ਤਪ ਕੀਤਾ। ਕਹਿੰਦੇ ਨੇ ਮਾਤਾ ਜੀ ਮੈਂ ਬਾਸੀ ਨਹੀਂ ਖਾਣੀ, ਮੈਂ ਤਾਜ਼ਾ ਕਰਕੇ ਖਾਣਾ ਸਾਧ ਸੰਗਤ 'ਚ। ਇਹ ਜਿਹੜਾ ਸਾਡਾ ਤਪ ਹੈ, ਜਿਹੜੀ ਤਪੱਸਿਆ ਸਤਿਗੁਰੂ ਪ੍ਰਤਾਪ ਸਿੰਘ ਕੀਤਾ, ਇਹਦਾ ਇਹ ਧੇਜ ਹੈ ਸਾਧ ਸੰਗਤ। ਦੂਸਰਾ ਭਾਵ ਜਿਹੜਾ ਪਿਛਲਾ ਕੀਤਾ ਆਪਾਂ ਉਹ ਨਹੀਂ ਖਾਣਾ, ਨਵਾਂ ਤਾਜ਼ਾ ਕਰਕੇ ਖਾਣਾ ਹੈ। ਵਜ਼ੀਰਾਂ ਤੇ ਮਤੇ ਸਲਾਹ ਦਿੱਤੀ। ਰਾਜੇ ਰਿਤੂਪਰਨ ਨੇ ਕੀ ਕੀਤਾ, ਜਿਹੜਾ ਸੀ ਇਕਾਸ ਦਾ ਵਰਤ ਰੱਖਣਾ ਸ਼ੁਰੂ ਕਰਤਾ ਸਾਧ ਸੰਗਤ 'ਚ। ਉਸ ਸਮੇਂ ਦੀ ਮਰਿਆਦਾ ਸੀ ਸਤਿਯੁਗ ਸਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, तीनों जुग तीनों दिड़े कल केवल नाम आधार। ये अपने समय समय की जुगां जुगां की मर्यादा है। उस मर्यादा के अनुसार इकास का वर्त 5 ज्ञान इंद्रे, 5 कर्म इंद्रे, 11वां मन, इन्हां मनां नूं कंट्रोल करके ते फिर वर्त रखना ये शुरू करता साध संगत। क्योंकि तपस्या है, तुसी सुन चुके हो, पढ़ चुके हो। श्री सतगुरु प्रताप सिंह सच्चे पातशाह 8 ਪਹਿਰਾਂ ਦੇ ਵਿੱਚ ਇੱਕ 1.5 ਛਟਾਕੀ ਚੌਲ ਛਕਿਆ ਕਰਦੇ ਸੀ। ਭਾਵ ਥੱਲੇ ਸੌਣਾ ਤੇ ਇਸ ਤਰ੍ਹਾਂ ਇਕਾਂਤ ਰਹਿਣਾ ਤਪ ਦੀ ਮਰਿਆਦਾ ਹੈ। ਇਸ ਰਾਜੇ ਰਿਤੂਪਰਨ ਨੇ ਸ਼ੁਰੂ ਕਰ ਦਿੱਤੀ। ਇਹ ਸਮਾਂ ਆਇਆ, ਰਿਤੂਪਰਨ ਸੰਸਾਰ ਤੋਂ ਕੂਚ ਕਰ ਗਿਆ। ਇਹਦਾ ਪੁੱਤਰ ਸੀ ਰੁਕਮਾਂਗਦ, ਉਹ ਗੱਦੀ ਤੇ ਬੈਠਾ। ਇਹ ਵਜ਼ੀਰ ਤੇ ਮੰਤਰੀ ਕਹਿਣ ਲੱਗੇ ਰਾਜਨ ਤੇਰਾ ਪਿਤਾ ਆਹ ਕਰਮ ਕਰਦਾ ਸੀ, ਤੂੰ ਹੀ ਕਰਿਆ ਕਰ। ਇਹਨੇ ਬੜਾ ਚੰਗਾ ਸਮਝਿਆ ਸਾਧ ਸੰਗਤ, ਠੀਕ ਸਮਝਿਆ। ਇਸ ਨੇ ਆਪ ਹੀ ਰੱਖਣਾ ਸ਼ੁਰੂ ਕਰ ਦਿੱਤਾ, ਆਪਣੀ ਪ੍ਰਜਾ ਕੋਲੋਂ ਰਖਵਾਉਣਾ ਸ਼ੁਰੂ ਕਰਤਾ ਸਾਧ ਸੰਗਤ। ਉਹਦਾ ਫਲ ਕੀ ਹੋਇਆ, ਜਿਹੜਾ ਵੀ ਅਯੁੱਧਿਆਪੁਰੀ ਚੋਂ ਮਰਦਾ ਸਾਰੇ ਸਵਰਗਾਪੁਰੀ ਨੂੰ ਜਾਂਦੇ ਸਾਧ ਸੰਗਤ। ਭਾਵ ਮੈਂ ਇਹ ਅਰਜ਼ ਕਰਨਾ ਪਿਆ, ਇਹ ਤੁਹਾਡੇ ਤਪ ਦਾ, ਸਤਿਗੁਰਾਂ ਦੀ ਸ਼ਰਨ ਚ ਆਉਣ ਦਾ, ਆਪਾਂ ਨੇ ਆਪਣੇ ਜੀਵਨ ਨੂੰ ਅਮਲੀ ਬਣਾਉਣਾ ਸਾਧ ਸੰਗਤ ਜੀ। ਜਿਹੜਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਪਣਾ ਨਾਮ ਪਹਿਲਾ ਰੱਖਿਆ ਨਾਮਧਾਰੀ, फिर संत खालसा, फिर कूके साध संगत। 3 नाम रखे गुरु के प्यारे। जिमें जिमें समा आया इस तरह नाम बदलते गए साध संगत। भाव जदों राजे रुकमांगद ने ये वर्त रखना, ये तप रखना, तपस्या रखनी शुरू कर दी, प्रवान हुई तो सारे स्वर्गां नूं जाण लग पे। यमराज बड़ा दुखी होया, कहते ने मेरी पूरी नूं आउंदा कोई नहीं गा। वो भगवान अगे जाके प्रार्थना की, भगवान ਜਿਹੜਾ ਵੀ ਮਰਦਾ ਹਿੰਦੁਸਤਾਨ ਦੇ ਵਿੱਚ ਸਾਰੇ ਸੁਰਗਾਪੁਰੀ ਨੂੰ ਜਾਂਦੇ ਨੇ, ਮੇਰੀ ਪੂਰੀ ਹੁੰਦਾ ਕੋਈ ਨਹੀਂ। ਭਗਵਾਨ ਕਹਿੰਦੇ ਰਾਜਾ ਆਪ ਧਰਮੀ ਹੈ, ਆਪਣੀ ਪ੍ਰਜਾ ਦੇ ਕੋਲੋਂ ਧਰਮ ਕਰਮ ਕਰਵਾਉਂਦਾ, ਉਹਦਾ ਫਲ ਕੀ ਹੈ, ਸਾਰੇ ਮਰ ਕੇ ਸਵਰਗਾਂ ਨੂੰ ਜਾਂਦੇ ਨੇ ਸਾਧ ਸੰਗਤ। ਜਦੋਂ ਇੰਨੀ ਗੱਲ ਹੋਈ ਤੇ ਯਮਰਾਜ ਕਹਿੰਦਾ ਇਹ ਕਿਹੜੀ ਵੱਡੀ ਗੱਲ ਹੈ, ਮੈਂ ਧਰਮ ਦਾ ਉਹਦਾ ਨਾਸ਼ ਕਰ ਦੇਣਾ। ਜਦੋਂ ਇੰਨੀ ਗੱਲ ਆਖੀ ਤੇ ਭਗਵਾਨ ਕਹਿੰਦਾ ਜੇ ਧਰਮ ਨਾਸ਼ ਹੋ ਜਾਏਗਾ ਤੇ ਆਪਣੇ ਆਪ ਹੀ ਨਰਕਾਂ ਨੂੰ ਜਾਣ ਲੱਗ ਪੈਣਗੇ। ਇਸ ਵਾਸਤੇ ਸਾਧ ਸੰਗਤ ਜੀ ਸਮਾਂ ਬੜਾ ਜ਼ੋਰ ਪਾ ਗਿਆ, ਜ਼ੋਰ ਪਾਉਂਦਾ ਪਿਆ, ਜ਼ੋਰ ਹੋ ਗਿਆ। ਆਪਾਂ ਨੇ ਸਤਿਗੁਰ ਜੀ ਦਾ ਦਰ, ਸਤਿਗੁਰ ਦੀ ਮਰਿਆਦਾ, ਸਤਿਗੁਰ ਦੇ ਹੁਕਮ ਨੂੰ ਆਪਾਂ ਨੇ ਹਮੇਸ਼ਾ ਵਾਸਤੇ ਆਪਣੇ ਸਿਰ ਤੇ ਰੱਖਣਾ। ਇਹ ਤੇ ਚੱਲਣ ਦਾ ਯਤਨ ਕਰਨਾ ਸਾਧ ਸੰਗਤ ਜੀ। ਭਾਵ ਇਸ ਯਮਰਾਜ ਨੇ 33 ਕਰੋੜ ਦੇਵਤੇ ਇਕੱਠੇ ਕੀਤੇ। ਉਹਨਾਂ ਨੂੰ ਕਹਿੰਦਾ ਦੇਵਤਿਓ ਹਿੰਦੁਸਤਾਨ ਦੇ ਵਿੱਚ ਅਯੁੱਧਿਆਪੁਰੀ ਦੇ ਵਿੱਚ ਇੱਕ ਰਾਜਾ ਰੁਕਮਾਂਗਦ ਧਰਮ ਦਾ ਨਾਸ਼ ਕਰਨਾ ਹੈ। ਕੋਈ ਬੋਲੇ ਹੀ ਨਾ ਸਾਧ ਸੰਗਤ 'ਚ। ਇੱਕ ਵਾਰੀ ਆਖਿਆ, 2 ਵਾਰੀ ਆਖਿਆ, ਇਹਨਾਂ ਨੇ 3ਜੀ ਵਾਰ ਆਖਿਆ ਇਨਕਾਰੀ ਕਰ ਦਿੱਤੀ। ਇਨਕਾਰੀ ਕਰਤੇ ਕਹਿੰਦੇ ਐ ਮਹਾਰਾਜ ਇਹ ਕਰਮ ਸਾਡੇ ਕੋਲ ਹੋਣਾ ਨਹੀਂ ਸਾਧ ਸੰਗਤ ਜੀ। ਕਿਉਂਕਿ ਸ਼ਾਸਤਰ ਦਾ ਮਤ ਕਹਿੰਦਾ ਇਸ ਸੰਸਾਰ ਦੇ ਵਿੱਚ ਸਾਰੇ ਪਾਪਾਂ ਤੋਂ ਵੱਡਾ ਪਾਪ ਕਿਹੜਾ ਹੈ, ਸਾਰੇ ਪਾਪਾਂ ਤੋਂ ਵੱਡਾ ਪਾਪ ਹੈ ਕਿਸੇ ਨੂੰ ਬੁਰੀ ਮੱਤ ਦੇਣੀ, ਕਿਸੇ ਨੂੰ ਬੁਰੀ ਸਲਾਹ ਦੇਣੀ ਸਾਧ ਸੰਗਤ ਜੀ। ਸਾਰੇ ਪੁੰਨਾਂ ਤੋਂ ਵੱਡਾ ਪੁੰਨ ਕਿਹੜਾ ਹੈ, ਕਿਸੇ ਨੂੰ ਨੇਕ ਮੱਤ ਦੇਣੀ, ਕਿਸੇ ਨੂੰ ਨੇਕ ਸਲਾਹ ਦੇਣੀ ਸਾਧ ਸੰਗਤ ਜੀ। ਸਾਰੇ ਪੁੰਨਾਂ ਤੋਂ ਸਮਾਤ ਕਰਦੇ ਸਾਰੇ ਪੁੰਨਾਂ ਤੋਂ ਵੱਡਾ ਪੁੰਨ ਕਿਸੇ ਨੂੰ ਨੇਕ ਮੱਤ ਦੇਣੀ, ਕਿਸੇ ਨੂੰ ਨੇਕ ਸਲਾਹ ਦੇਣੀ ਸਾਧ ਸੰਗਤ ਜੀ। ਸਾਰੇ ਪਾਪਾਂ ਤੋਂ ਵੱਡਾ ਪਾਪ ਕਿਸੇ ਨੂੰ ਭੈੜੀ ਮੱਤ ਦੇਣੀ, ਕਿਸੇ ਨੂੰ ਭੈੜੀ ਸਲਾਹ ਦੇਣੀ ਸਾਧ ਸੰਗਤ ਜੀ। ਜਦੋਂ ਦੇਵਤਿਆਂ ਨੇ ਇਹ ਅਣਕਾਰੀ ਕੀਤੀ ਤੇ ਕਹਿੰਦੇ ਨੇ ਇਹਨੇ ਅਪਛਰਾਂ ਨੂੰ ਬੁਲਾਇਆ। ਉਹਨਾਂ ਅਪਛਰਾਂ ਨੂੰ ਗੱਲ ਆਖੀ। ਉਹਨਾਂ ਵਿੱਚ ਇੱਕ ਸੰਧਿਆਵਲੀ ਅਪਛਰਾ ਸੀ। ਉਹ ਕਹਿੰਦੀ ਇਹ ਕਿਹੜੀ ਵੱਡੀ ਗੱਲ ਹੈ, ਇਹ ਤਾਂ ਮੈਂ ਉਹਦੇ ਧਰਮ ਦਾ ਨਾਸ਼ ਕਰ ਦੇਣੀ ਆ।
ਇਹ ਸੁੰਦਰ ਮੋਹਣੀ ਪਛੜਾ ਧਰਮ ਦਾ ਨਾਸ਼ ਕਰਨ ਦੇ ਵਾਸਤੇ ਜਿੱਥੇ ਰਾਜਾ ਸੈਰ ਕਰਦਾ ਸੀ ਇੱਥੇ ਪਹੁੰਚ ਗਈ ਸਾਧ ਸੰਗਤ 'ਚ। ਜਦੋਂ ਰਾਜਾ ਸੈਰ ਕਰਨ ਵਾਸਤੇ ਨਿਕਲਿਆ ਉਸਨੇ ਵੇਖਿਆ ਇੱਕ ਪਛੜਾ ਬੈਠੀ ਆ। ਕਹਿੰਦਾ ਤੂੰ ਕੌਣ ਹੈ, ਕਿਸ ਤਰ੍ਹਾਂ ਬੈਠੀ ਹੈ, ਕਾਹਦੇ ਵਾਸਤੇ ਆਈ ਹੈ? ਕਹਿੰਦੀ ਮਹਾਰਾਜ ਬ੍ਰਹਮਾ ਦੀ ਪੁੱਤਰੀ ਆ, ਬ੍ਰਹਮਪੁਰੀ ਚੋਂ ਆਈ ਆ, ਤੁਹਾਡੇ ਨਾਲ ਸੰਸਾਰਿਕ ਸੰਬੰਧ ਕਰਨ ਵਾਸਤੇ ਆਈ ਆ ਸਾਧ ਸੰਗਤ 'ਚ। ਜਦੋਂ ਰਾਜੇ ਨੇ ਸੋਚਿਆ ਸੁਣਿਆ ਤੇ ਕਹਿੰਦਾ ਪਛੜਾ ਮੈਂ ਸ਼ਾਦੀशुदा ਹਾਂ, ਮੈਂ ਆਪਣੇ ਪਰਿਵਾਰ ਨੂੰ ਪੁੱਛ ਲਵਾਂ ਤੇ ਫਿਰ ਮੈਂ ਤੈਨੂੰ ਸਲਾਹ ਕਰਦਾ ਹਾਂ। ਮੈਂ ਸ਼ਾਰਟਕਟ ਗੱਲ ਕਰਨਾ ਪਿਆ। ਰਾਜੇ ਨੇ ਆਪਣੀ ਸੰਧਿਆਵਲੀ ਆਪਣੀ ਰਾਣੀ ਨੂੰ ਪੁੱਛਿਆ, ਆਪਣੇ ਪੁੱਤਰ ਨੂੰ ਪੁੱਛਿਆ ਵੀ ਬ੍ਰਹਮਪੁਰੀ 'ਚ ਇੱਕ ਪਛੜਾ ਆਈ ਹੈ, ਉਹ ਮੇਰੇ ਨਾਲ ਸੰਸਾਰ ਸੰਬੰਧ ਕਰਨਾ ਚਾਹੁੰਦੀ ਹੈ, ਤੁਹਾਡਾ ਕੀ ਵਿਚਾਰ ਹੈ? ਉਹ ਸਾਰੇ ਸਹਿਮਤ ਹੋ ਗਏ ਸਾਧ ਸੰਗਤ 'ਚ। ਜਦੋਂ ਸਾਰੇ ਸਹਿਮਤ ਹੋ ਗਏ ਰਾਜਾ ਪਛੜਾ ਦੇ ਕੋਲ ਆ ਗਿਆ। ਕਹਿੰਦਾ ਪਛੜਾ ਮੈਂ ਤੇਰੇ ਨਾਲ ਸਹਿਮਤ ਹਾਂ। ਉਹ ਕਹਿੰਦੀ ਮਹਾਰਾਜ ਜੇ ਤੁਸੀਂ ਸਹਿਮਤ ਹੋ ਇੱਕ ਮੇਰੀ ਵੀ ਸ਼ਰਤ ਹੈ ਕਿ ਜਦੋਂ ਵੀ ਜੋ ਵੀ ਜਿਹੜੀ ਵੀ ਮੈਂ ਗੱਲ ਆਖਾਂ ਤੁਹਾਨੂੰ ਮੰਨਣੀ ਪਵੇਗੀ ਸਾਧ ਸੰਗਤ 'ਚ। ਰਾਜਾ हे कामं नरक विश्रामं वो जोनी प्रमावना चित हरणं त्रैलोक गम्यं जप तपशील विधारना अल्प सुख अवित चंचल ऊंच नीच सुमावना तप है बेमुंचत साध संगम ओट नानक ना रहै ना गुरु पंचम पाछा पैंदे ने। ਇਹ ਕਾਮੀ ਪੁਰਸ਼ ਦੀ ਅਵਸਥਾ ਬਣ ਜਾਂਦੀ ਹੈ ਸਾਧ ਸੰਗਤ 'ਚ। ਇਹ ਸਹਿਮਤ ਹੋ ਗਿਆ, ਮਹੱਲਾ 'ਚ ਆ ਗਈ, ਆਪਣਾ ਰਾਗ ਰੰਗ ਲੱਗੇ ਕਰਨ। ਕਹਿੰਦੇ ਨੇ ਕੁਝ ਸਮਾਂ ਬਤੀਤ ਹੋਇਆ, ਇਹ ਪਛੜਾ ਕਹਿੰਦੇ ਆ ਜਿਸ ਵਾਸਤੇ ਮੈਨੂੰ ਯਮਰਾਜ ਨੇ ਭੇਜੋ ਤਾਂ ਮੈਂ ਗੱਲ ਹੀ ਭੁੱਲ ਗਈ ਹਾਂ। ਇਹ ਕਰਦੇ ਕਰਦੇ ਇਕਾਦਸ਼ੀ ਦਾ ਵਰਤ ਆ ਗਿਆ। ਰਾਜੇ ਨੇ ਸਾਰੇ ਸ਼ਹਿਰ ਦੇ ਵਿੱਚ ਸਾਰੇ ਰਾਜ ਦੇ ਵਿੱਚ ਐਲਾਨ ਕਰਾਤਾ ਇਕਾਦਸ਼ੀ ਦਾ ਵਰਤ ਆ ਗਿਆ ਸਾਧ ਸੰਗਤ 'ਚ। ਇਤਿਹਾਸ ਕਹਿੰਦਾ ਪਿਆ, ਇਹ ਧਰਮ ਗ੍ਰੰਥ ਕਹਿੰਦੇ ਨੇ ਪਏ, ਐਤਵਾਰ ਦਾ ਦਿਨ ਹੋਵੇ ਜਿਹੜਾ ਕੁੱਤਾ ਹੈ ਉਹ ਵੀ ਰੋਟੀ ਨਹੀਂ ਖਾਂਦਾ ਜੀ। 10 ਇੱਥੇ ਬਖਸ਼ਿਸ਼ ਮੰਗਦਾ ਹੈ। ਸਮਾਂ ਬਣਾ ਤੇ ਇਸ ਨੂੰ ਫਿਰ ਪੂਰਾ ਕਰਾਂਗਾ। ਸਭ ਮਾਈ ਭਾਈ ਆਪ ਦੇ ਚੰਜ ਪ੍ਰਾਰਥਨਾ ਹੈ ਆਪਾਂ ਇਸ ਕਲਯੁਗ ਦੇ ਸਮੇਂ ਦਾ ਮੁਕਾਬਲਾ ਕਰਦਾ ਹੋਇਆ ਸਤਿਗੁਰ ਦੇ ਚਰਨਾਂ ਤੇ ਸ਼ਰਧਾ ਪ੍ਰੇਮ ਪ੍ਰਤੀਤ ਰੱਖਦੇ ਹੋਏ ਆਪਣੇ ਜੀਵਨ ਨੂੰ ਸਫਲ ਕਰੀਏ। ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਪ੍ਰੇਮ ਸਤਿਕਾਰ ਨਾਲ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।